को 5 दे जावे 10 दे जावे नहीं इस तरह के वाकयात भी होंगे मंडी दे विच हेलमेट ना गवा जावे अच्छा 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 तो चलो बड़ी खुशी हुई सानू देख के कि तुसी मोटरसाइकिल ते आए हो तो हेलमेट पाना चाहिए घट देना भी कोई प्यार वो बदनी हो देगी इतनी प्यार माय डियर वो गोश्त होता ये खस्सी बकरा अंडर नहीं है अच्छा ਹਾਂਜੀ खस्सी है अंडर नहीं है ਉਹਦੇ ਨਾਲ ਕੀ ਫਰਕ ਪੈਂਦਾ नहीं ਉਹਦੇ ਨਾਲ ਵਜ਼ਨ ਤੇ ਫਰਕ ਮਾਸ਼ਾਅੱਲਾ ਜੀ ਇਹ ਦੇਖੋ ਜੀ ਮਾਸ਼ਾਅੱਲਾ ਆ ਮੰਡੀ ਲੱਗੀ ਹੋਈ ਆ ਇਹਨੂੰ ਆਰਜ਼ੀ ਮੰਡੀ ਕਹਿੰਦੇ ਆ ਜਿਹੜੀ ਕਿ ਹਰ ਬੁੱਧ ਨੂੰ ਲੱਗਦੀ ਆ ਤੇ ਮਾਸ਼ਾਅੱਲਾ ਦੇਖੋ ਜੀ ਕੈਸਾ ਮਾਹੌਲ ਆ ਅਲਹਮਦੁਲਿਲਾ ਇਹ ਬਰਕਤ ਆ ਇਹ ਰਿਜ਼ਕ ਆ ਤੇ ਇਹ ਅੱਲਾਹ ਪਾਕ ਦੀਆਂ ਰਹਿਮਤਾਂ ਵਾ ਤੇ ਨੀਤਾਂ ਠੀਕ ਹੋਣ ਤੇ ਇਨਸ਼ਾਅੱਲਾ ਆਪਣਾ ਪ੍ਰੋਫਿਟ ਹੀ ਪ੍ਰੋਫਿਟ ਆ ਦੇਖੋ ਇੱਕ ਮਾਸ਼ਾਅੱਲਾ ਢੇਰਾਂ ਜਾਨਵਰ ਗੱਡੀਆਂ ਲੋਕ ਆਪਣਾ ਆਪਣਾ ਜਿਹੜਾ ਕੋਈ ਖਰੀਦੋ ਫਰੋਖਤ ਜਿਹੜੇ ਨਾ ਉਹ ਮਾਸ਼ਾਅੱਲਾ ਕਰ ਰਹੇ ਆ ਤੇ ਥੋੜਾ ਜਿਹਾ ਅੰਦਾਜ਼ਾ ਲਾਉਨੇ ਆ ਅੰਦਰ ਵੀ ਮਤਲਬ ਇਥੇ ਕੀ ਆਪਣਾ ਮਾਹੌਲ ਆ ਜਾਨਵਰਾਂ ਦੀਆਂ ਕੀਮਤਾਂ ਇਨਸ਼ਾਅੱਲਾ ਤੁਹਾਨੂੰ ਅਸੀਂ ਅਗਲੇ ਹਫਤੇ ਦੱਸਾਂਗੇ ਤੇ ਕੁਝ 2-4 ਵਪਾਰੀਆਂ ਦੇ ਨਾਲ ਗੱਲ ਕਰਕੇ ਥੋੜਾ ਜਿਹਾ ਕੀਮਤਾਂ ਦਾ ਅੰਦਾਜ਼ਾ ਲਾਵਾਂਗੇ ਅਗਲੇ ਹਫਤੇ ਫੇ ਇਨਸ਼ਾਅੱਲਾ ਭਰਪੂਰ ਪ੍ਰੋਗਰਾਮ ਜਿਹੜਾ ਨਾ ਉਹ ਸਿਰਫ ਜਾਨਵਰਾਂ ਦੀਆਂ ਕੀਮਤਾਂ ਉੱਤੇ ਇਨਸ਼ਾਅੱਲਾ ਕਰਾਂਗੇ ਆਓ ਚੱਲਦੇ ਆਂ ਜੀ ਮੰਡੀ ਦੀ ਤਰਫ ਕਿੱਥੋਂ ਆਏ ਹੋ ਤੁਸੀਂ ਜੜਾ ਵਾਲੇ ਜੜਾ ਵਾਲੇ ਹੋ ਤੇ ਤੁਸੀਂ ਬੱਕਰਾ ਖਰੀਦਣ ਵਾਸਤੇ ਵੀ ਹੈਲਮਟ ਪਾਇਆ ਕਿ ਬੱਕਰੇ ਦੇ ਨਾਲ ਐਕਸੀਡੈਂਟ ਹੋਣ ਦਾ ਖਤਰਾ ਮੈਂ ਕਿਹਾ ਹੈਲਮਟ ਨਾ ਗਵਾ ਜਾਵੇ ਅੱਛਾ 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 ਤਾਂ ਚਲੋ ਬੜੀ ਖੁਸ਼ੀ ਹੋਈ ਸਾਨੂੰ ਦੇਖ ਕੇ ਕਿ ਤੁਸੀਂ ਮੋਟਰਸਾਈਕਲ ਤੇ ਆਏ ਹੋ ਤਾਂ ਹੈਲਮਟ ਪਾਉਣਾ ਚਾਹੀਦਾ ਹੈਲਮਟ ਪਾਉਣਾ ਚਾਹੀਦਾ ਕਿ ਨਹੀਂ ਚਾਹੀਦਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਆ ਹੈਲਮਟ ਪਾਉਣਾ ਇਸ ਤੋਂ ਜ਼ਰੂਰੀ ਆ ਕਿ ਜਿਹੜੇ ਵੀ ਐਕਸੀਡੈਂਟ ਹੁੰਦੇ ਨਾ ਸਪੈਸ਼ਲੀ ਮੋਟਰਸਾਈਕਲ ਦੇ ਵਿੱਚ 85% ਪਲੱਸ ਲੋਕ ਜਿਹੜੇ ਆ ਨਾ ਉਹਨਾਂ ਦਾ ਹੈਡ ਇੰਜਰੀ ਦੀ ਵਜ੍ਹਾ ਤੋਂ ਡੈਥ ਹੁੰਦੀ ਹੈ ਤੇ ਜਿਹੜਾ ਹੈਲਮਟ ਹੈ ਨਾ ਇਹ ਹੈਡ ਇੰਜਰੀ ਨੂੰ ਬਚਾਉਂਦਾ ਨਾ ਜੀ 2000 ਵੀ ਬਚਾਉਂਦਾ ਐਗਜ਼ੈਕਟਲੀ ਉਹਦੇ ਇੱਕ ਜੁਰਮਾਨਾ ਹੈ ਨਾ ਤੁਹਾਡਾ ਤਾਂ ਬਚ ਗਿਆ 2000 ਦਾ ਜੁਰਮਾਨਾ ਜਿਹੜਾ ਨਾ ਉਹ ਬਚ ਗਿਆ ਮਗਰ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਨਾ ਸਰ ਉਹ ਹੈਗੀ ਆ ਜ਼ਿੰਦਗੀ ਜੀ ਤੁਸੀਂ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਅਜ਼ੀਜ਼ਾਂ ਵਾਸਤੇ ਆਪਣੀ ਜ਼ਿੰਦਗੀ ਦੀ ਹਿਫਾਜ਼ਤ ਕਰਨੀ ਆ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਜਨਾਬ ਤੁਸੀਂ ਹੈਲਮਟ ਪਾਇਆ ਹੁਣ ਤੁਸੀਂ ਇਹ ਦੱਸੋ ਕਿ ਤੁਹਾਡਾ ਮੰਡੀ 'ਚ ਆਉਣ ਦਾ ਮਕਸਦ ਕੀ ਹੈ ਮੰਡੀ ਦਾ ਮਕਸਦ ਹੈ ਜੀ ਕਿ ਬੱਕਰਬਾਨੀ ਵਾਸਤੇ ਕੋਈ ਜਾਨਵਰ ਲਈਏ ਹਾਂ ਤੇ ਕੀ ਜਾਨਵਰ ਬੱਕਰਾ ਕੇ ਛਤਰਾ ਕੋਈ ਵੀ ਚੀਜ਼ ਮਿਲ ਜਾਵੇ ਮੁਨਾਸਬ ਕਿਸੇ ਨੂੰ ਪੁੱਛਿਆ ਬਹੁਤ ਜਣਿਆਂ ਨੇ ਪੁੱਛਿਆ ਤੇ ਕੀ ਕਿਸ ਨਤੀਜੇ ਤੇ ਪਹੁੰਚੇ ਬਹੁਤ ਮੰਗਦੇ ਪਏ ਨੇ ਆ ਦੇਖੋ ਨਾ ਭਾਜੀ ਆ ਦੇਖੋ ਨਾ ਕਿੱਡਾ ਖੂਬਸੂਰਤ ਆ ਯਾਰ ਮੈਨੂੰ ਤਾਂ ਲੱਗਦਾ ਕੀ ਬਾਤ ਆ ਜਨਾਬ ਇਹਦੀ ਚਾਲ ਹੀ ਬੜੀ ਜਰਾ ਤੋੜ ਕੇ ਦਿਖਾਈਓ ਜਰਾ ਜਨਾਬ ਮੈਨੂੰ ਬੜਾ ਤੁਰਦਾ ਹਾਂ ਕੀ ਬਾਤ ਯਕੀਨ ਕਰੋ ਤੁਹਾਡਾ ਦੋਨਾਂ ਦਾ ਜੁੱਸਾ ਇੱਕੋ ਜਿਹਾ ਹੈ ਤਕਰੀਬਨ ਮਾਸ਼ਾਅੱਲਾ ਅੱਲਾ ਜ਼ਿੰਦਗੀ ਕਰੇ ਤੁਹਾਡੀ ਮਾਸ਼ਾਅੱਲਾ ਹਾਂ ਇਹ ਕੀ ਉਹ ਭਾਈ ਦਾ ਲੈ ਲਾ ਜੀ ਇਹ ਪੁੱਛਿਆ ਰੇਟ ਜੀ ਅੱਛਾ ਕੀ ਦੱਸਦਾ 95000 ਰੁਪਇਆ ਗਿਆ ਭਾਈ ਨੇ ਭਾਈ ਨੇ 95 ਕਿਹਾ ਤੁਹਾਡਾ ਕੀ ਖਿਆਲ ਆ ਕਿੰਨੇ ਦਾ ਇਹ ਹੁਣ ਵੇਖਦੇ ਆ ਗੱਲ ਬਣਾਉਂਦੇ ਜਿੱਥੇ ਤੱਕ ਬਣਦੀ ਹੈ ਹਾਂਜੀ ਜੇ ਤੁਹਾਡੇ ਪੈਸੇ ਤੁਸੀਂ ਨਹੀਂ ਕੋਈ ਨਹੀਂ ਸਰ ਤੁਸੀਂ ਕਰ ਲਓ ਜਿਨ੍ਹਾਂ ਦੇ ਨਸੀਬਾਂ ਦਾ ਹੈਗਾ ਅੱਲਾ ਉਹਨਾਂ ਨੂੰ ਹਾਂ ਬਿਲਕੁਲ ਸਹੀ ਹੈ ਮੰਡੀ ਭਰੀ ਆ ਕੋਈ ਨਹੀਂ ਅੱਲਾ ਪਾਕ ਰਹਿਮਤ ਕਰੇ ਤੁਸੀਂ ਵੀ ਦੇਖੋ ਜੀ ਤੁਸੀਂ ਵੀ ਛਤਰੇ ਵਾਸਤੇ ਆਏ ਆ ਜੀ ਤੇ ਵੈਸੇ ਘਰੋਂ ਬਜਟ ਦਾ ਲਾ ਕੇ ਆਏ ਆ ਜਾਂ ਜਿਹੜਾ ਵੀ ਲੱਭ ਗਿਆ ਉਹ ਬਾਅਦ ਨਹੀਂ ਬਜਟ ਦਾ ਵੀ ਤੇ ਹੈ ਵਾ ਭਾਂ ਜਿਹੜਾ ਕੋਈ ਖੂਬਸੂਰਤ ਲੱਗਾ ਤੇ ਫਿਰ ਦੇਖ ਕੇ ਲੈ ਜਾਾਂਗੇ ਮੌਕੇ ਦੀ ਮੁਨਾਸਬਤ ਨਾਲ ਜੀ 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 ਬਿਲਕੁਲ ਅੱਛਾ ਮੈਂ ਦੇਖ ਰਿਹਾ ਮਾਸ਼ਾਅੱਲਾ ਜਾਨਵਰ ਬਹੁਤ ਆ ਜੀ ਔਰ ਮੇਰਾ ਅੰਦਾਜ਼ਾ ਵਾ ਮੈਂ ਇੱਥੇ ਲੋਕਾਂ ਕੋਲ ਪੁੱਛਿਆ ਕਿ ਇਹ ਮਤਲਬ ਕੀ ਹੋਏਗਾ ਜਿਹੜਾ ਮੈਨੂੰ ਉਹਨਾਂ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਹਰ ਕੀ ਜਾਨਵਰਾਂ ਦੇ ਕੀਮਤਾਂ ਮੁਨਾਸਬ ਹੀ ਰਹਿਣਗੀਆਂ ਉਹਦੀ ਵਜ੍ਹਾ ਮੁਲਕੀ ਹਾਲਾਤ ਜੰਗੀ ਹਾਲਾਤ ਉਹਦੀ ਵਜ੍ਹਾ ਬਾਰਡਰ ਦਾ ਬੰਦ ਹੋਣਾ ਹੁਣ ਅੱਗੇ ਦੇਖੋ ਕਿ ਅੱਗੇ ਦੇਖੋ ਕੀ ਹੁੰਦਾ ਤੁਹਾਡਾ ਕੀ ਹੈ ਭਾਵੇਂ ਨਾ ਤੁਹਾਡੀ ਕਿਆਸ ਰਾਈਆਂ ਗਲਤ ਹੈ ਅੱਛਾ ਹਾਂ ਤੁਹਾਡਾ ਕੀ ਖਿਆਲ ਹੈ ਇੱਥੇ ਤੇ ਪੂਰੀ ਦੁਨੀਆ 'ਚ ਪੈਟਰੋਲ ਨਹੀਂ ਵਧਿਆ ਇੱਥੇ ਸਭ ਨਾਲੋਂ ਮਹਿੰਗਾ ਵਾ ਪੈਟਰੋਲ ਨਹੀਂ ਪੈਟਰੋਲ ਦੀ ਵਜ੍ਹਾ ਤੋਂ ਟਰਾਂਸਪੋਰਟੇਸ਼ਨ ਵੱਧ ਸਕਦੀ ਆ ਮਗਰ ਜਿਹੜਾ ਜਾਨਵਰ ਹੈ ਨਾ ਫਰਜ਼ ਕਰੋ ਮੈਂ ਉੱਥੇ ਇੱਕ ਛਤਰੇ ਦਾ ਪੁੱਛਿਆ ਉਹਨੇ ਮੈਨੂੰ ਪੌਣੇ 2 ਲੱਖ ਰੁਪਇਆ ਦੱਸਿਆ ਮੇਰੇ ਹਿਸਾਬ ਨਾਲ ਉਹ ਲੱਖ ਤੋਂ ਵੀ ਥੱਲੇ ਦਾ ਮਗਰ ਇੱਕ ਵਪਾਰੀ ਦੀ ਮੰਗਣ ਦੀ ਗੱਲ ਆ ਨਾ ਉਹਦੀ ਚੀਜ਼ ਆ ਉਹ ਬੇਸ਼ੱਕ ਭਾਈ ਉਹ 3 ਲੱਖ ਵੀ ਮੰਗ ਲੈਂਦਾ ਮੈਂ ਕੁਝ ਕਹਿ ਨਹੀਂ ਸਕਦਾ ਜੀ ਜੀ ਪਰ ਬਾਕੀ ਸੌਦਾ ਬਣਨ ਦੀ ਗੱਲ ਆ ਜਿਹਦੇ ਜਿੱਥੇ ਨਸੀਬ ਹੋਏ ਉੱਥੇ ਹੀ ਬਣ ਜਾਊਗਾ ਇਨਸ਼ਾਅੱਲਾ ਬਾਕੀ ਰੇਟ ਤੇ ਹਲੇ ਫਿਰ ਤੋਂ ਰਹੇ ਆ ਵਿਜ਼ਿਟ ਕਰ ਰਹੇ ਆ ਹਲੇ ਤੇ ਕੋਈ ਸਮਝ ਹੀ ਨਹੀਂ ਆ ਰਿਹਾ ਚਲੇ ਮਾਸ਼ਾਅੱਲਾ ਅੱਲਾਹ ਪਾਕ ਬਰਕਤ ਪਾਏ ਜੀ ਮਾਸ਼ਾਅੱਲਾ ਬਹੁਤ ਪਿਆਰਾ ਜਾਨਵਰ ਆ ਦੇਖੋ ਜੀ ਕੀ ਬਾਤ ਆ ਜਨਾਬ ਜਾਨਵਰ ਨਿੱਕੇ ਨਿੱਕੇ ਜਾਨਵਰ ਇਹਨਾਂ ਦਾ ਕੀ ਮਕਸਦ ਆ ਇੱਥੇ ਲਿਆਉਣ ਦਾ ਇਹ ਪਾਲਣ ਵਾਲੇ ਸ਼ੌਕ ਵਾਲੇ ਬੱਚੇ ਕਿੰਨੀ ਉਮਰ ਦੇ ਹੋਣਗੇ 2 3 ਮਹੀਨੇ ਦੋ ਇਹ ਮਤਲਬ ਅਗਲੀ ਈਦ ਤੇ ਲੱਗਣਗੇ ਐਸ ਈਦ ਤੇ ਨਹੀਂ ਜੀ ਨਿੱਕੇ ਨਿੱਕੇ ਜਾਨਵਰ ਆ ਜੇ ਇਸ ਬੰਦੇ ਨੇ ਅਗਲੀ ਈਦ ਦੇ ਉੱਤੇ ਆਪਣਾ ਕੁਰਬਾਨੀ ਕਰਨੀ ਆ ਸ਼ੌਕ ਨਾਲ ਜਿਹਨੇ ਪਾਲਣਾ ਘਰ ਚ ਪਾਲਣਾ ਡੇਰੇ ਤੇ ਪਾਲਣਾ ਇਹ ਉਹਦੇ ਵਾਸਤੇ ਆ ਜਾਨਵਰ ਅੱਛਾ ਭਾਜੀ
ਇਹ 2-2 3-3 ਮਹੀਨੇ ਦਾ ਤੇ ਇਹਨਾਂ ਦੀ ਕਿੰਨੀ ਕੁ ਕੀਮਤ ਹੋਏਗੀ, ਕੀ ਹਿਸਾਬ ਕਿਤਾਬ ਆ? ਇਹ 45,000 50,000 ਰੁਪਏ ਦਾ। ਅੱਛਾ ਨਹੀਂ, ਮੈਂ ਖਰੀਦਣਾ ਨਹੀਂ ਆ, ਮੈਨੂੰ ਸਿਰਫ ਇਨਫੋਰਮੇਸ਼ਨ ਦੇਣੀ ਆ, ਮੈਨੂੰ ਉਹ ਦੱਸਣਾ ਕਿ ਜਿੰਨੇ ਕਿ ਇਹਦੇ ਲੱਗਦੇ ਆ। ਇਹ ਭਾਜੀ 35 40 45 ਇੱਥੇ 35 40 ਹਾਂਜੀ 30 ਤੋਂ ਉੱਤੇ ਵਿਕਦਾ, ਮਤਲਬ 30 ਤੋਂ ਉੱਤੇ ਵਿਕਦਾ। ਅੱਛਾ ਇਹ ਮਤਲਬ ਜਦੋਂ ਸਾਲ ਦਾ ਹੋ ਜਾਏਗਾ, ਦੋਂਦਾ ਹੋ ਜਾਏਗਾ, ਇਹ ਕਿੰਨੇ ਕ ਵਜ਼ਨ ਕਰ ਸਕਦਾ, ਕਿਹੜੀ ਨਸਲ ਹੈ? ਇਹ ਬਰਬਾਨੀ ਨਸਲ ਭਾਜੀ, ਰਾਜਨਪੁਰੀ ਹੈ ਬਰਬਾਨੀ। ਅੱਛਾ ਕੱਦ ਕਿਦਾਂ ਦਾ ਕਰਦੇ ਆ ਇਹ ਜਾਨਵਰ ਤੇਰਾ ਕਰਨਗੇ? ਇਸ ਤੋਂ ਵੀ ਵੱਡਾ ਕੱਦ ਕਰਨਗੇ, ਚੰਗੇ ਸੇਵਾ ਹੋਵੇ ਤਾਂ ਫਿਰ ਚੰਗੇ ਕੱਦ ਕਰ। ਸੇਵਾ ਦਾ ਮਤਲਬ ਕੀ ਹੈ? ਪੱਠਾ ਦੇ ਖਾਣ ਦੇ, ਪੱਠਾ ਦਾਣਾ ਵੰਡਾ ਪਾਈਏ ਤੇ ਫਿਰ ਬੜੇ ਬਣਦੇ। ਮਾਸ਼ਾਅੱਲਾ। ਛਤਰੇ ਦੇਖੋ ਜੀ, ਕਿਆ ਖੂਬਸੂਰਤ ਛਤਰੇ ਆ। ਇਹਨਾਂ ਦੀਆਂ ਅੱਖਾਂ ਚੈੱਕ ਕਰੋ ਜੀ, ਇਹ ਕਿਹੜੀ ਨਸਲ ਆ ਜੀ ਬਾਬਾ ਜੀ? ਇਹ ਕਜਲਾ ਦੋਂਦਾ। ਕਜਲਾ, ਇਹਨੂੰ ਕਜਲਾ ਇਹਦੀਆਂ ਅੱਖਾਂ ਦੀ ਖੂਬਸੂਰਤੀ ਦੀ ਵਜ੍ਹਾ ਤੋਂ ਕਿਹਾ ਜਾਂਦਾ ਜੀ। ਹਾਂਜੀ ਹਾਂ। ਦੇਖੋ ਜੀ ਇਹ ਕਜਲਾ, ਇਹਨੂੰ ਇਹ ਅੱਖ ਦਾ ਜਿਹੜਾ ਇਹਦਾ ਕਲਰ ਹੈ ਨਾ, ਇਹ ਕਿੱਥੋਂ ਦਾ ਹੁੰਦਾ ਜੀ, ਕਿਹੜੀ ਨਸਲ? ਇਹ ਸਰਗੋਦਾ ਪਰਵਾਲ ਦਾ। ਸਰਗੋਦਾ ਬਲਵਾਲ ਦਾ ਕਜਲਾ। ਅੱਛਾ ਬਾਬਾ ਜੀ ਇਹਦਾ ਦੀ ਉਮਰ ਕਿੰਨੀ ਆ? ਇਹਨਾਂ ਦੀ ਉਮਰ ਹੋ ਗਈ, ਇਹਦੀ ਹੋ ਗਈ ਆ 1.25 ਸਾਲ ਦੀ, ਇਹ ਕੋ ਥੋੜੇ ਦਿਨ ਘੱਟ। ਇਹ ਦੋਂਦਾ ਹੋ ਗਿਆ, ਦੋਂਦਾ ਹੋਣ ਵਾਲਾ। ਕੀ ਤੱਕ ਇਹ ਜੀ ਪਹਿਲਾਂ 10-15 ਦਿਨਾਂ ਦੀ ਦੋਂਦਾ ਹੋ ਜੂਗਾ। ਚਲੋ ਜੀ ਮਾਸ਼ਾਅੱਲਾ। ਅੱਛਾ ਤੁਸੀਂ ਮੈਨੂੰ ਇਹ ਦੱਸਣਾ ਕਿ ਇਹ ਬੜਾ ਵਾ, ਇਹਦੀ ਕਿੰਨੀ ਕੀ ਕੀਮਤ ਹੈ? ਇਹਦਾ ਪੌਣੇ 2 ਲੱਖ ਰੁਪਈਆ ਕੱਲੇ ਦਾ। ਠੀਕ ਹੈ। ਇਹਦਾ 160। 1 ਸਾਲ ਦੇ 1 ਸਾਲ ਤੋਂ ਉੱਤੇ ਆ ਜੀ, ਉੱਤੇ 1.25 ਸਾਲ। 1.25 ਸਾਲ ਦੇ ਕਰੀਬ ਇਹਨਾਂ ਦੀ ਆਪਣਾ ਉਮਰ ਆ। ਇਹਦੀ ਇੱਕ ਕਿੰਨਾ ਦੱਸਿਆ ਜੀ ਤੁਸੀਂ? ਇਹਦੀ ਉਮਰ ਘੱਟ, ਇਹ 160। 160 160। 160 ਇਹ ਇਹਦਾ ਪੌਣੇ 2 ਜੀ। ਪੌਣੇ 2 ਤੇ 160। ਤੁਸੀਂ ਅੰਦਾਜ਼ਾ ਲਾ ਸਕਦੇ ਵਜ਼ਨ ਕਿੰਨਾ ਕੁ ਹੋਏਗਾ? ਵਜਨ ਇਹਦਾ 50 ਕਿਲੋ ਤੋਂ ਗੋਸ਼ਤ ਬਾਹਰ ਆ। ਮਾਸ਼ਾਅੱਲਾ 50 ਕਿਲੋ ਤੋਂ ਗੋਸ਼ਤ ਬਾਹਰ ਹੋਊਗਾ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਅੱਲਾਹ ਪਾਕ ਬਰਕਤ ਪਾਵੇ। ਕੋਈ ਲੱਗਾ ਗਾਹਕ? ਇਹਦਾ ਗਾਹਕ ਲੱਗਾ। ਲੱਗੇਗਾ। ਬੱਕਰਾ ਦੇਖੋ ਜੀ, ਕਾਲਾ ਬੱਕਰਾ, ਜਿਹੜੇ ਪੀਰ ਕਹਿੰਦੇ ਹੁੰਦੇ ਨੇ ਨਾ ਕਿ ਸਦਕੇ ਚ ਕਾਲਾ ਬੱਕਰਾ ਦੇਣਾ, ਤਾਂ ਜਨਾਬ ਕਾਲਾ ਬੱਕਰਾ ਦੇਖੋ, ਸਿੰਘ ਕਾਲੇ, ਅੱਖਾਂ ਕਾਲੀਆਂ, ਸਾਰਾ ਇੱਕ ਵੀ ਵਿੱਚ ਵਾਲ ਜਿਹੜਾ ਨਾ ਚਿੱਟਾ ਨਹੀਂ ਹੈਗਾ। ਭਾਜੀ ਕੀ ਹਾਲ ਨੇ? ਅੱਲਾ ਦਾ ਸ਼ੁਕਰ। ਕਿੱਥੋਂ ਆਏ ਤੁਸੀਂ? ਅਸੀਂ ਗੁਲਾਮਾਬਾਦ ਤੋਂ। ਗੁਲਾਮ ਅਹਿਮਦਾਬਾਦ ਫੈਸਲਾਬਾਦ ਤੋਂ ਆਇਆ। ਇਹ ਬੱਕਰੇ ਦੀ ਤਾਰੀਫ ਕਰੋ ਵੀ ਇਹ ਕੀ ਨਸਲ ਕੀ ਹੈ? ਇਹ ਨਾਗਰਾ ਬੱਕਰਾ ਭਾਜੀ, ਪਿਓਰ ਕਾਲੇ ਦੇ ਵਿੱਚ ਅੱਛਾ ਬਦਾਮੀ ਸਿੰਘ ਹੈਗੇ। ਇਹ ਮਾਸ਼ਾਅੱਲਾ। ਘਰ ਦਾ ਪਾਲਿਆ ਹੋਇਆ ਜੀ, ਤੁਸੀਂ ਆਪ ਪਾਲਿਆ? ਇਹ ਅਸੀਂ ਆਪ ਪਾਲਿਆ ਹੋਇਆ ਵਾ। ਮਾਸ਼ਾਅੱਲਾ ਜੀ, ਬਹੁਤ ਬਹੁਤ ਖੂਬਸੂਰਤ ਬੱਚਾ। ਭਾਜੀ ਇਹ ਮੈਨੂੰ ਦੱਸੋ ਇਹਦੀ ਉਮਰ ਕਿੰਨੀ? ਇਹਦੀ ਉਮਰ ਭਾਜੀ 14 ਮਹੀਨੇ ਆ, ਦੋਂਦਾ ਹੋ ਗਿਆ ਜੀ। 14 ਮਹੀਨੇ ਉਮਰ ਆ, ਦੋਂਦਾ ਹੋ ਗਿਆ। ਕਿੰਨੇ ਪੈਸੇ ਮੰਗ ਰਹੇ ਹੋ? ਇਹਦੇ 2,20,000 ਰੁਪਏ। ਕਿੰਨਾ ਕੁ ਲੱਗਿਆ? ਇਹਦਾ ਭਾਜੀ 1,55-60 ਲੱਗੇਗਾ। 2 ਮੰਗ ਰਹੇ ਆ, 1,55-60 ਲੱਗ ਰਿਹਾ। ਉਮੀਦ ਬੜੀ ਆ ਕਿ ਇਨਸ਼ਾਅੱਲਾ ਦਰਮਿਆਨ ਦੇ ਵਿੱਚ ਕੋਈ ਬੀਚ ਦਾ ਰਸਤਾ ਲੱਗ ਕੇ ਇਨਸ਼ਾਅੱਲਾ ਇਹਨੂੰ ਜਿਹੜੀ ਇਹਦੀ ਹੈ ਨਾ ਮਤਲੂਬਾ ਕੀਮਤ। ਇਹ ਦੋਂਦਾ ਜੀ? ਦੋਂਦਾ ਜੀ, ਦੋਂਦਾ ਮਾਸ਼ਾਅੱਲਾ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਜਾਨਵਰ ਦੀ ਕੀਮਤ ਕਿੰਨੀ ਆ। ਮੇਰੇ ਹਿਸਾਬ ਨਾਲ ਬੜਾ ਖੂਬਸੂਰਤ ਆ, ਤਕਰੀਬਨ 4 ਫੁੱਟ ਦੀ ਹਾਈਟ ਆ। ਵਜ਼ਨ ਕਿੰਨਾ ਕੁ ਹੋਏਗਾ ਇਹਦਾ ਜੀ? ਵਜ਼ਨ ਤਕਰੀਬਨ ਜਿਹਦਾ ਗੋਸ਼ਤ ਜਿਹੜਾ 50 ਤੋਂ 55-60 ਕਿਲੋ ਦਾ ਪੀਕ ਹੈ। 50-60 ਮਾਸ਼ਾਅੱਲਾ ਜੀ 50-55। ਜਦਕਿ ਜਿਹੜਾ ਛਤਰੇ ਵਾਲਾ ਵਾ ਉਹਦੀ ਜਿਹੜੀ ਪ੍ਰਾਈਸ ਆ ਉਹ ਇਹਨੇ ਵਜ਼ਨ ਦੇ ਵਿੱਚ ਉਹਨੇ ਮੰਗਿਆ ਸੀ 160 ਪੌਣੇ 2। ਜਦਕਿ ਬੱਕਰਾ ਇਹ ਮੰਗ ਰਿਹਾ 2.5 2,20,000 ਰੁਪਇਆ ਮੰਗ ਰਿਹਾ। ਇਹਨੂੰ ਲੱਗ ਰਿਹਾ 155। ਜਿਹਨੇ 160 ਮੰਗਿਆ ਸੀ, ਪੌਣੇ 2 ਮੰਗਿਆ ਸੀ, ਉਹਨੂੰ ਲੱਗ ਰਿਹਾ 120। ਤੇ ਇਹ ਛਤਰੇ ਤੇ ਬੱਕਰੇ ਦੇ ਵਿੱਚ ਜਨਾਬ ਇੰਨਾ ਕੁ ਫਰਕ ਆ। ਤੇ ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਸ਼ੂਟ ਕਰ ਰਹੇ ਹਾਂ, ਤੇ ਚਲੋ ਦੇਖਦੇ ਆ ਜੀ, ਮਤਲਬ ਮਜ਼ੇ ਲੈਣੇ ਵੀ ਕੀ ਸ਼ੂਟ ਹੋ ਰਿਹਾ। ਨਹੀਂ ਅਸੀਂ ਤਾਂ ਦਈਏ ਉਹਨਾਂ ਨੂੰ। ਐਸੇ ਭਰਾਵਾ ਤੈਨੂੰ 65,000 ਰੁਪਇਆ ਦੱਸਦਾ ਵਾ। ਨਹੀਂ ਭਾਜੀ, ਵੇਖ ਲੈ। ਨਹੀਂ ਭਾਜੀ, ਸਾਡੀ ਸਮਝ ਨਹੀਂ। 65,000 ਕਿਹੜੀ ਦਾ ਲਾਇਆ ਜੀ? ਐਸ ਦਾ। ਇਹਦੀ ਕਿੰਨੀ ਉਮਰ ਆ? ਕਿੰਨੀ ਉਮਰ ਦਾ? 15 ਮਹੀਨੇ ਉਮਰ ਆ ਜੀ। 15 ਮਹੀਨੇ ਦਾ ਦੋਂਦਾ। ਦੋਂਦਾ ਜੀ। ਦੋਂਦਾ ਕਿਹੜੀ ਨਸਲ ਆ? ਇਹ ਰਾਜਨਪੁਰੀ। ਰਾਜਨਪੁਰੀਆ ਠੀਕ ਆ। ਰਾਜਨਪੁਰੀਆ ਭੋਡਾ ਜੀ। ਠੀਕ। ਅੱਛਾ ਠੀਕ ਆ ਮਾਸ਼ਾਅੱਲਾ। ਭਾਈ ਹੁਣਾਂ ਨੇ 65,000 ਲਾਇਆ, ਹਾਂਜੀ। ਤੁਸੀਂ ਕਿੰਨੇ ਮੰਗਦੇ? 125। ਇਹ ਤਾਂ ਬਹੁਤ ਫਰਕ ਆ, ਦੁੱਧ ਦਾ ਫਰਕ ਆ। ਹਾਂਜੀ ਹੈ ਇਹ ਤਾਂ ਭਾਜੀ ਬਹੁਤ ਫਰਕ ਆ। ਕੋਈ ਬੀਜ ਦੀ ਰਾਹ ਕੱਢੋ। ਮਤਲਬ ਇਹਦਾ ਕਿੰਨਾ ਕੁ ਵਜ਼ਨ ਹੋਏਗਾ ਜੀ? ਵਜ਼ਨ ਦਾ ਨਹੀਂ ਪਤਾ ਜੀ, ਆਪਾਂ ਘਰ ਪਾਲੇ ਵਜ਼ਨ ਦਾ ਕੋਈ ਘਰ ਵਾਲੇ। ਤੁਹਾਡਾ ਕੀ ਖਿਆਲ ਆ ਜੀ? ਤੁਸੀਂ 65 ਕੀ ਸੋਚ ਕੇ ਲਾਇਆ? ਅਸੀਂ ਤੇ ਭਾਵੇਂ ਨਾ ਆਪਣੇ ਹਿਸਾਬ ਨਾਲ ਦੇਖਿਆ ਵਾ ਕਿ ਇਹਦਾ ਇੰਨਾ ਗ੍ਰੇਟ ਹੋਣਾ ਚਾਹੀਦਾ ਵਾ। ਅੱਛਾ ਉਹ ਇਹ ਹੁਣ ਮੰਗਣ ਨੂੰ ਤੇ ਜਿੰਨਾ ਇਹ ਤੋਲ ਕੇ ਕਹਿੰਦੇ ਲੈ ਲਓ 4,000 ਨੂੰ। 4,000 ਨੂੰ ਤੇ ਗੋਸ਼ਤ ਨਹੀਂ ਹੈਗਾ, ਤੇ ਜਿੰਦਾ ਕਿੱਦਾਂ ਤੋਲ ਕੇ ਲੈ ਲਈਏ 4,000 ਨੂੰ? ਹਾਂ ਅੰਦਾਜ਼ਾ ਵੈਸੇ ਗੱਲ ਤਾਂ ਇਹਨਾਂ ਦੀ ਗੱਲ ਤੇ ਉਹ ਕਰਨਾ ਕਿ ਜਿਹੜੀ ਕੋਈ ਸਮਝ ਆਉਂਦੀ ਆ। ਅੱਛਾ ਭੇਡਾਂ ਵੇਖਿਆ ਇੱਥੇ ਬੱਕਰਾ ਨਿੱਕਾ ਗੋਸ਼ਟ ਵੇਚਿਆ। ਹਾਂ ਹਾਂ 3,000 ਰੁਪਏ ਕਿਲੋ ਯਾਰ ਉਹ ਕਿਲੋ ਗੋਸ਼ਤ ਦੀ ਗੱਲ ਜਾਂ ਗੋਸ਼ਤ ਦੀ ਕਰ ਲਓ ਜਾਂ ਜੀਰੇ ਦੀ ਕਰ ਲਓ। ਮਾਈ ਡੀਅਰ ਉਹ ਗੋਸ਼ਤ ਦਾ। ਇਹ ਖੱਸੀ ਬੱਕਰੇ ਅੰਡਰ ਨਹੀਂ ਹੈ। ਅੱਛਾ ਹਾਂਜੀ ਖੱਸੀ ਹੈਗੇ ਅੰਡਰ ਨਹੀਂ ਹੈ। ਉਹਦੇ ਨਾਲ ਕੀ ਫਰਕ ਪੈਂਦਾ?
ਨਹੀਂ ਉਹਦੇ ਨਾਲ ਵਜ਼ਨ 'ਚ ਫਰਕ ਪੈਂਦਾ ਨਹੀਂ ਕੋਈ ਫਰਕ ਨਹੀਂ ਹੁੰਦਾ ਵਜਨ ਤੇ ਕੋਈ ਫਰਕ ਨਹੀਂ ਵਜ਼ਨ 'ਚ ਫਰਕ ਪੈਂਦਾ ਚੱਲ ਹੁਣ ਮਗਰ ਫਰਕ ਨਹੀਂ ਹੁੰਦਾ ਉਹ ਵਾਲਾ ਵੱਖਰਾ ਹਾਂਜੀ ਉਹ ਤੁਸੀਂ ਕਹਿ ਸਕਦੇ ਆ ਕਿੰਨੇ ਦਾ ਜੀ ਨਹੀਂ ਭਾਈ 120 ਦਾ ਹਾਂਜੀ 120 ਤੇ 65 ਜਨਾਬ ਦਰਮਿਆਨ 'ਚ ਤੁਸੀਂ ਕਮੈਂਟ ਕਰਕੇ ਸਾਨੂੰ ਦੱਸੋ ਕਿ ਕਿਹਦਾ ਵਿਕ ਸਕਦਾ 120 ਤੇ 65 ਦੇ ਵਿੱਚ ਕਾਫੀ ਸਾਰਾ ਫਰਕ ਆ ਅੱਲਾ ਕਰੇ ਜੀ ਤੁਹਾਡਾ ਮਾਸ਼ਾਅੱਲਾ ਸੌਦਾ ਹੋ ਜਾਏ 2000 ਰੁਪਏ ਆਣ ਦਾ ਵੀ ਆਧਾਰ ਤੇ ਜਾਣ ਦਾ ਵੀ ਆਧਾਰ ਵੀ ਹੈ ਹਾਂਜੀ ਅਗਰ ਵਿਕੇ ਨਾ ਵਿਕੇ ਤੇ ਦੁਬਾਰਾ ਇਹਨਾਂ ਨੇ ਫੇਰ ਪਰਚੀ ਲੈਣੀ ਹੈ ਸਾਡੀ ਦਾ ਹੁਕੂਮਤ ਦੇ ਅੱਗੇ ਜੀ ਇਲਤਜਾ ਹੈ ਕਿ ਸਾਨੂੰ ਨਾ ਮਤਲਬ ਵਪਾਰੀਆਂ ਨੂੰ ਰਿਲੀਫ ਦਿੱਤਾ ਜਾਏ ਨਹੀਂ ਤਾਂ ਮਤਲਬ ਵਪਾਰੀ ਦਾ ਬਹੁਤ ਨੁਕਸਾਨ ਤਾਂ ਦੇਖੋ ਜੀ ਰਿਲੀਫ ਤੇ ਹੈ ਕਿ ਜਾਨਵਰ ਦੀ ਫੀਸ 500 ਰੁਪਏ ਰੱਖੀ ਆ ਇਹ ਹੁਣ ਜਿਹੜਾ ਕੰਟਰੈਕਟਰ ਆ ਉਹ ਹੁਣ ਅੱਗੇ ਇੱਥੇ ਅਗਰ ਉਹ ਮਿਸਮੈਨੇਜ ਕਰ ਰਿਹਾ ਉਹ ਜ਼ਿਆਦਾ ਫੀਸ ਲੈ ਰਿਹਾ ਵਾ ਹਾਂ ਮੇਰਾ ਇਹ ਆ ਜ਼ਰੂਰ ਕੰਸਰਨ ਕਿ ਇੰਤਜ਼ਾਮੀਆ ਕਿੱਥੇ ਆ ਇੰਤਜ਼ਾਮੀਆ ਕਿਉਂ ਨਹੀਂ ਜਾਗਾ ਇਹ ਮੰਡੀ ਸਾਰੇ ਇਹਨਾਂ ਦੀ ਰਾਜਨਪੁਰ ਵੀ ਹੈ ਨਾ ਮੁਹੰਮਦਪੁਰ ਸੌਰੀ ਮੁਹੰਮਦਪੁਰ ਵੀ ਇਹ ਮਤਲਬ ਇਸੇ ਤਰ੍ਹਾਂ ਸਾਡੇ ਕੋਲ ਕੋਟ ਛੁੱਟਾ ਵੀ ਇਹਨਾਂ ਕੋਲੇ ਇਹ ਉੱਥੇ 1500 ਰੁਪਇਆ ਜਾਨਵਰ ਦਾ ਸਾਡੇ ਕੋਲ ਅਸੀਂ ਇਸੇ ਵਪਾਰੀ ਹੈਗੇ ਆ ਗਾਹਕ ਨਹੀਂ ਆਉਂਦੇ ਕਹਿੰਦੇ ਪਰਚੀ ਬਹੁਤ ਜ਼ਿਆਦਾ ਵਾ ਮਾਲ ਲੈਣ ਖਰੀਦਦਾਰ ਨਹੀਂ ਕਰਨ ਆਉਂਦੇ ਕਿਉਂਕਿ ਜਿਹਨੇ ਪਰਚੀ 10-20 ਡੰਗਰ ਲੈਣੇ ਉਹਦਾ 40-50 ਹਜ਼ਾਰ ਪਰਚੀ ਦਾ ਬਣ ਜਾਣਾ 40,000 ਗੱਡੀ ਦਾ ਉਹਨੂੰ ਲੱਖ ਦੇ ਉੱਤੇ ਵੈਸੇ ਖਰਚਾ ਚੜ ਜਾਣਾ ਉਹ ਕੀ ਕਰਨ ਆਏਗਾ ਮੈਨੂੰ ਦੱਸੋ ਨਹੀਂ ਦੇਖੋ ਜੀ ਆਪਣੀ ਮੈਡਮ ਮਰੀਮ ਨਵਾਜ਼ ਸਾਹਿਬਾ ਦਾ ਤੇ ਇਹ ਹੈਗਾ ਕਿ ਆਵਾਮ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤ ਦਿੱਤੀ ਜਾਵੇ ਸਪੈਸ਼ਲੀ ਆਪਣਾ ਜ਼ਿਮੀਂਦਾਰਾਂ ਵਾਸਤੇ ਤੋਂ ਬੜਾ ਕੁਝ ਕਰ ਰਹੇ ਆ ਫ੍ਰੀ ਟਰੈਕਟਰ ਕਰਜ਼ੇ ਟਿਊਬਵੈਲ ਜੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਇਹ ਵੀ ਜ਼ਿਮੀਂਦਾਰਾਂ ਦੇ ਮੁਤਲਕ ਹੀ ਹੈ ਨਾ ਲੇਕਿਨ ਅਸੀਂ ਮਜ਼ਦੂਰ ਆਏ ਜ਼ਿਮੀਂਦਾਰ ਹੀ ਛੋਟੇ ਮਤਲਬ ਤਬਕਾ ਹੀ ਸਾਨੂੰ ਰਿਲੀਫ ਦਿੱਤਾ ਜਾਵੇ ਕਿਉਂਕਿ ਸਾਨੂੰ ਤਾਂ ਇਹ ਨਵਾਜ਼ ਸਾਹਿਬ ਨੂੰ ਗੌਰ ਹੈ ਕਿ ਸਾਡੇ ਵਾਸਤੇ ਸ਼ਫਕਤ ਕਰੇ ਕਿ ਮਿਹਰਬਾਨੀ ਕਰੇ ਥੋੜੀ ਜਿਹੀ ਪਰਚੀ ਘਟਾਣ ਤਾਂ ਕਿ ਗਾਹਕ ਵੀ ਜ਼ਿਆਦਾ ਆਂਦਾ ਮੰਡੀ ਵਿੱਚ ਫਿਰ ਖਰੀਦਦਾਰੀ ਵੀ ਜ਼ਿਆਦਾ ਹੁੰਦੀ ਆ ਜਿਹੜੀ ਮੈਨੂੰ ਸਮਝ ਆਈ ਨਾ ਸਰ ਉਹ ਇਹ ਆ ਜਿਹੜਾ ਸਾਰੀ ਗੱਲ ਤੋਂ ਨਤੀਜੇ ਤੋਂ ਇਹ ਨਿਕਲਿਆ ਕਿ ਐਂਟਰੀ ਫੀਸ 500 ਰੁਪਇਆ ਵਾ ਉਹਦੀ ਅਲੱਗਾ ਪਰਚੀ ਬਣਾਉਂਦੇ 500 ਰੁਪਇਆ ਹੀ ਆ ਉਹਦੇ ਨਾਲ ਇੱਕ 600 ਰੁਪਇਆ ਹੋਰ ਫੀਸ ਪਾ ਦਿੰਦੇ ਆ ਤੰਦੀ ਚਾਰਪਾਈ ਖੁਰਲੀ ਪਰਾਲੀ ਦੇ ਪਰਾਲੀ ਦਾ 18,000 ਰੁਪਇਆ ਪਾਉਂਦੇ ਆ ਤੇ ਉਹ ਇੱਕ ਅਜ਼ਾਫੀ ਪਾ ਦਿੰਦੇ ਆ ਜਦ ਕਿ ਇੱਥੇ ਨਾ ਤੰਦੀ ਆ ਨਾ ਇੱਥੇ ਖੁਰਲੀ ਆ ਨਾ ਪਰਾਲੀ ਆ ਦੇਖੋ ਇਹ ਜ਼ਿਮੀਂਦਾਰ ਦੇਖੋ ਸਾਰੇ ਫੀਸ ਦੇ ਕੇ ਆਏ ਆ ਖੁਰਲੀ ਦੀ ਤੰਦੀ ਦੀ ਮਗਰ ਸਾਰਿਆਂ ਨੇ ਆਪਣੇ ਜਾਨਵਰ ਆਪਣੇ ਹੱਥਾਂ ਦੇ ਵਿੱਚ ਫੜੇ ਹੋਏ ਆ ਤੇ ਜਦੋਂ ਉਹਨਾਂ ਦੇ ਜਾਨਵਰ ਹੀ ਆਪਣੇ ਹੱਥਾਂ 'ਚ ਫੜੇ ਹੋਏ ਆ ਤੇ ਫਿਰ ਠੇਕੇਦਾਰ ਇਹ ਫੀਸ ਕਿਉਂ ਲੈ ਰਿਹਾ ਮੈਂ ਸਮਝਦਾ ਕਿ ਇਹ ਠੇਕੇਦਾਰ ਜਿਹੜਾ ਨਾ ਉਹ ਇਹ ਜ਼ਿਆਦਤੀ ਕਰ ਰਿਹਾ ਸਾਡੀ ਰਿਕੁਐਸਟ ਆ ਕਿ ਇਹਨਾਂ ਜ਼ਿਮੀਂਦਾਰਾਂ ਦੀ ਇਹਨਾਂ ਫਾਰਮਰਸ ਦੀ ਆਪਣਾ ਵੈਲਫੇਅਰ ਵਾਸਤੇ ਇੱਥੇ ਚੈੱਕ ਐਂਡ ਬੈਲੈਂਸ ਨੂੰ ਜਿਹੜਾ ਨਾ ਜ਼ਰਾ ਜ਼ਿਆਦਾ ਕੀਤਾ ਜਾਵੇ ਤਾਂ ਕਿ ਇਹ ਚੈੱਕ ਹੋਵੇ ਕਿੰਨੇ ਮੰਗ ਰਹੇ ਹੋ ਕਿੰਨੇ ਆ 270 ਤੁਸੀਂ ਕਿੰਨੇ ਲਾਇਆ ਜੀ ਮੈਂ ਤੇ 2.5 ਲਾਇਆ ਮੈਂ ਵੀ ਆਪਣੀ ਆਡੀਅנס ਵਾਸਤੇ ਲਾ ਰਿਹਾ ਮੈਂ ਤੇ ਇਹ ਤੇ ਜਨਾਬ 2.5 ਤੇ 270 ਦੇ ਵਿੱਚ 20,000 ਦਾ ਸਿਰਫ ਹਾਂਜੀ 2.5 ਦਾ ਫਾਈਨਲ ਹੀ ਦੇਣਾ ਹੀ 2.5 ਦਾ ਆ ਘੱਟ ਦੇਣਾ ਵੀ ਨਹੀਂ ਕੋਈ ਪਿਆਰ ਨੂੰ ਵਧੀ ਹੋ ਜਾਏਗੀ ਇੰਨੀ ਮਾਸ਼ਾਅੱਲਾ ਬੱਚੇ ਆ ਜੀ ਥੋੜੇ ਆਪਣਾ ਵਜ਼ਨ ਵਾਲੇ ਮਤਲਬ ਛੋਟੇ ਇਹ ਚਾਚੂ ਈਦ ਤੇ ਲੱਗਦੇ ਆ ਹਾਂਜੀ ਨਹੀਂ ਜੀ ਅਸੀਂ ਤੇ ਨਹੀਂ ਐਸੀ ਲਾਉਂਦੇ ਅਗਲੀ ਤੇ ਲੱਗਣਗੇ ਜੀ ਵਪਾਰੀ ਵੀ ਦੂਰੋਂ ਦੂਰੋਂ ਆ ਜਾਂਦੇ ਆ ਜੀ ਹਾਂਜੀ ਦੂਰੋਂ ਆ ਜਾਂਦੇ ਮਤਲਬ ਦੂਸਰੇ ਸ਼ਹਿਰਾਂ ਚੋਂ ਹਾਂਜੀ ਅੱਛਾ ਮੈਨੂੰ ਇੱਕ ਗੱਲ ਇਹ ਦੱਸੋ ਕਿ ਤੁਹਾਡਾ ਕੀ ਖਿਆਲ ਆ ਪਿਛਲੇ ਸਾਲਾਂ ਦੇ ਹਿਸਾਬ ਦੇ ਨਾਲ ਇਹ ਸਾਲ ਮੰਡੀ ਕਿਸ ਤਰ੍ਹਾਂ ਦੀ ਰਹੇਗੀ ਮੰਡੀ ਤੇਜ਼ ਰਹੇਗੀ ਅੱਛਾ ਮਤਲਬ ਜਾਨਵਰਾਂ ਦੀ ਕੀਮਤਾਂ ਜ਼ਿਆਦਾ ਹੋਣਗੀਆਂ ਜ਼ਿਆਦਾ ਉਹਦੇ ਪਿੱਛੇ ਕੀ ਲੌਜਿਕ ਕੀ ਆ ਤੁਹਾਡੀ ਮਤਲਬ ਇਹ ਆ ਕਿ ਮਤਲਬ ਕਿਸ ਗੱਲ ਤੋਂ ਤੁਸੀਂ ਅੰਦਾਜ਼ਾ ਲਾਇਆ ਕਿ ਮੰਡੀ ਐਰਗੀ ਜਿਹੜੀ ਹੈ ਨਾ ਉਹ ਤੇਜ਼ ਰਹੇਗੀ ਪਤਾ ਕੀ ਹੈ ਜੀ ਜਿਹੜੀ ਪਿਛਲੀ ਮੰਡੀ ਰਹੀ ਹੈ ਮੰਦੀ ਜਿਹੜੀ ਦੂਸਰੀ ਮੰਡੀ ਹੁੰਦੀ ਹੈ ਨਾ ਅਕਸਰ ਹੀ ਤੇਜ਼ ਹੁੰਦੀ ਅੱਛਾ ਮਤਲਬ ਇੱਕ ਸਾਲ ਅਗਰ ਮੰਦਾ ਰਿਹਾ ਵਾ ਤਾਂ ਅਗਲੇ ਸਾਲ ਮੰਡੀ ਚੜ ਜਾਏਗੀ ਚੜ ਜਾਏ ਨਹੀਂ ਉਹ ਚੜਨ ਦੀ ਕੀ ਵਜ੍ਹਾ ਕੀ ਹੁੰਦੀ ਹੈ ਜਾਨਵਰ ਘਟ ਜਾਂਦਾ ਵਾ ਕੀ ਵਜ੍ਹਾ ਕੀ ਹੁੰਦੀ ਜਾਨਵਰ ਤਾਂ ਪਿਛਲੇ ਸਾਲ ਵੀ ਨਹੀਂ ਵਿਕਿਆ ਹੁੰਦਾ ਤਾਂ ਅਗਲੇ ਸਾਲ ਜ਼ਾਹਰ ਹੈ ਜਿਹੜਾ ਪਿਛਲੇ ਸਾਲ ਨਹੀਂ ਵਿਕਿਆ ਕੋਈ ਨਹੀਂ ਜੀ ਮਸਲਾ ਹੁੰਦਾ ਹਾਂ ਬੰਦੇ ਨੂੰ ਮਾਲੂਮ ਹੋ ਜਾਂਦਾ ਵਾ ਅੱਛਾ ਕਿ ਪੋਜੀਸ਼ਨ ਕੀ ਭਾਈ ਸਾਹਿਬ ਹੁਣੀ ਮਾਸ਼ਾਅੱਲਾ ਜੂਸ ਜਿਹੜਾ ਨਾ ਉਹ ਇੰਜੋਏ ਕਰ ਰਹੇ ਆ ਕਿੱਦਾਂ ਦਾ ਰਹਿੰਦਾ ਕੰਮ ਜਦੋਂ ਮੰਡੀ ਦਾ ਠੀਕ ਚੱਲਦਾ ਜੀ ਮਤਲਬ ਸੇਲ ਕਿੰਨੇ ਮਣ ਹੋ ਜਾਂਦੀ ਸੇਲ ਹੋਣੀ 5-7 ਹਜ਼ਾਰ ਰੁਪਇਆ 5-7 ਹਜ਼ਾਰ ਹੋ ਜਾਂਦੀ ਆ ਰੂਟੀਨ ਚ ਕਿੱਥੇ ਲਾਉਣਾ ਇਹ ਰੈਡੀ ਫੇਰ ਤੁਰ ਕੇ ਹਾਂ ਮੰਡੀ ਵਾਲੇ ਦਿਨ ਚੰਗੀ ਦਿਹਾੜੀ ਲੱਗ ਜਾਂਦੀ ਆ ਤੇ ਮੈਨੂੰ ਇਹ ਦੱਸ ਕਿ ਆਪਣਾ ਗੰਨੇ ਦੀ ਸਪਲਾਈ ਆਪਣਾ ਪਾਣੀ ਐਰਾ ਵਗੈਰਾ ਉਹਦਾ ਕਿਵੇਂ ਤੂੰ ਇੰਤਜ਼ਾਮ ਕਰਦਾ ਕਿਉਂਕਿ ਜੇ ਇਸਨੇ ਪੀਤਾ ਹੁਣ ਜੂਸ ਉਹਦਾ ਤੂੰ ਗਲਾਸ ਧੋਣਾ ਹਾਂਜੀ ਤੇ ਤੇਰੇ ਕੋਲ ਪਾਣੀ ਦਾ ਤੇ ਇੰਤਜ਼ਾਮ ਹੈ ਨਹੀਂ ਤੇ ਤੂੰ ਕੀ ਕਰਦਾ ਤੇ ਪਾਣੀ ਲਿਆਉਣਾ ਅੱਛਾ ਤੂੰ ਆ ਕੇ ਧੋਣੇ ਅੱਛਾ ਬਸ ਪਾਣੀ ਮਤਲਬ ਹੁੰਦਾ ਚਲੋ ਕੀ ਲਿਆ ਕਿਹੜਾ ਜਾਨਵਰ ਲਿਆ ਕਿਹੜਾ ਵਾ ਜਾਨਵਰ ਕਿੰਨੇ ਦਾ ਇਹ ਲਿਆ 90,000 ਦਾ ਇਹ ਈ ਤੇ
ਇਹ ਅਗਲੀ ਈਦ ਵਾਸਤੇ ਜਾਨਵਰ ਮਤਲਬ ਹੁਣ ਅਸੀਂ ਅੱਡਾ ਬਣਾਇਆ ਗੜ ਫਤਿਹ ਸ਼ਾਹ, ਅੱਛਾ ਉੱਥੇ ਅਸੀਂ ਸੇਲ ਕਰਨੇ ਆ। ਇਹ ਮਤਲਬ ਲਿਜਾ ਕੇ ਇਹਨਾਂ ਨੂੰ ਪਾਲੋਗੇ ਤੇ ਫਿਰ ਅਗਲੇ ਸਾਲ ਵੇਚੋਗੇ? ਨਹੀਂ ਅਸੀਂ ਉੱਥੇ ਮਤਲਬ ਖਰੀਦੋ ਫਰੋਖਤ ਦਾ ਅੱਡਾ ਬਣਾਇਆ ਹੋਇਆ, ਸੇਲ ਕਰਨਾ। ਇੱਥੋਂ ਲੈ ਗਏ ਤੇ ਉੱਥੇ ਜਾ ਕੇ ਸੇਲ ਕਰਨੇ। 90,000 ਦਾ ਲਿਆ, ਤੁਹਾਡਾ ਕੀ ਖਿਆਲ ਉੱਥੇ ਜਾ ਕਿੰਨੇ ਦਾ ਵਿਕ ਜੇ? ਵੇਚ ਜਾਏਗਾ ਲੱਖ ਦਾ, 95 ਦਾ, 5 ਦੇ ਤੇ ਰਾਉਂਡ ਬੜ ਵੇਚ ਜਾਏ। ਤੇ ਕਿਰਾਇਆ ਕਿੰਨਾ ਲੱਗੇਗਾ? ਕਿਰਾਇਆ ਲੱਗ ਗਿਆ 2000 ਕਿਰਾਇਆ, 2000 ਪਰਚੀ। 2000 ਕਿਰਾਇਆ ਤੇ 2000 25, ਚਲੋ ਜੀ 5000 ਲਾ ਲਓ ਜੀ, ਤੁਹਾਡਾ 5000 ਖਰਚਾ। ਉੱਥੇ ਜਾ ਕੇ ਅਗਲੇ ਤੁਹਾਨੂੰ 10,000 ਬਚ ਇੱਕ ਉੱਤੇ ਨਸੀਬ ਕੋਈ 5 ਦੇ ਜਾਵੇ, 10 ਦੇ ਜਾਵੇ। ਬਈ ਇਸ ਤਰ੍ਹਾਂ ਦੇ ਵਾਕਿਆਤ ਵੀ ਹੁੰਦੇ ਆ ਮੰਡੀ ਦੇ ਵਿੱਚ। ਪੁੱਤਰ ਗਿਆ ਤਾਂ ਉਹ ਡਰ ਗਿਆ ਝੋਟਾ ਡਰ ਗਿਆ ਕੋਈ ਗੱਲ ਇਨਸ਼ਾਅੱਲਾ ਜਨਾਬ। ਮੇਰਾ ਕੈਮਰਾਮੈਨ ਜਿਹੜਾ ਜੁੱਤੀਆਂ ਤੋਂ ਬਗੈਰ ਜਿਹੜਾ ਨਾ ਉਹ ਭੱਜਾ ਫਿਰਦਾ ਤੇ ਹਾਂਜੀ ਬਚ ਗਏ ਜੀ, ਬਚ ਗਏ। ਅੱਲਾ ਨੇ ਦੋਨੇ ਘਰ ਬਚਾ ਲਏ ਭਾਈ ਜੀ। ਲਓ ਜੀ, ਜਾਨਵਰ ਆ ਨਾ ਜੀ ਡਰ ਜਾਂਦਾ, ਮਤਲਬ ਸਪੈਸ਼ਲੀ ਜਿਹੜਾ ਨਾ ਕੱਟਾ ਹੁੰਦਾ ਉਹਦੇ ਚਾਂਸਸ ਜ਼ਿਆਦਾ ਹੁੰਦੇ ਆ, ਉਹ ਲੜਾਈ ਵੀ ਜ਼ਿਆਦਾ ਕਰਦਾ ਵਾ ਤੇ ਉਹ ਡਰਦਾ ਵੀ ਆ। ਜਿਹੜਾ ਵੱਛਾ ਵਾ ਉਹ ਨਹੀਂ ਡਰਦਾ, ਉਹ ਤਕਰੀਬਨ ਆਰਾਮ ਦੇ ਨਾਲ ਸਕੂਨ ਚ ਰਹਿੰਦਾ। ਜਨਾਬ ਸਾਰਾ ਵਿਜ਼ਿਟ ਕਰਨ ਤੋਂ ਬਾਅਦ, ਲੋਕਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਜਿਹੜਾ ਨਤੀਜਾ ਇਹ ਨਿਕਲਿਆ ਨਾ ਕਿ ਸਭ ਤੋਂ ਬਹੁਤਾ ਜਿਹੜਾ ਕੰਸਰਨ ਆ ਨਾ ਉਹ ਪਰਚੀ ਦਾ ਵਾ। ਪਰਚੀ ਇਸ ਤਰ੍ਹਾਂ ਕਿ ਜਾਨਵਰ ਦੀ ਐਂਟਰੀ ਫੀਸ 500 ਰੁਪਇਆ ਵਾ ਤੇ ਮਜ਼ੀਦ 600 ਰੁਪਇਆ ਜਿਹੜਾ ਨਾ ਉਹ ਨਾਲ ਅਦਰ ਸਰਵਿਸਿਜ਼ ਆ ਜਿਨ੍ਹਾਂ ਦੀ ਫੀਸ ਜਿਹੜੀ ਨਾ ਉਹ ਲਈ ਜਾ ਰਹੀ ਆ। ਉਹਦੇ ਵਿੱਚ ਤੰਦੀ ਫੀਸ ਆ, ਉਹਦੇ ਵਿੱਚ ਪਰਾਲੀ ਫੀਸ ਆ, ਉਹਦੇ ਵਿੱਚ ਖੁਰਲੀ ਦੀ ਫੀਸ ਆ। ਜਿਹੜਾ ਚੈੱਕ ਕੀਤਾ ਗਿਆ ਨਾ ਖੁਰਲੀਆਂ ਉੱਥੇ ਮੌਜੂਦ ਆ, ਜਿਹੜਾ ਮੰਗਦਾ ਵਾ ਉਹਨੂੰ ਉਹ ਖੁਰਲੀ ਦਿੰਦੇ ਵੀ ਆ। ਪਾਣੀ ਵੀ ਸ਼ੈਡ ਦੇ ਵਿੱਚ ਮੌਜੂਦ ਆ, ਫਿਰ ਉਹ ਰੈਂਪ ਵੀ ਮੌਜੂਦ ਆ ਕਿ ਜਿੱਥੋਂ ਮਤਲਬ ਜਾਨਵਰ ਲੋਡ ਜਾਂ ਆਫਲੋਡ ਕਰਨੇ, ਕਿਉਂਕਿ ਇੱਕ ਇਹ ਮਾਡਲ ਮੰਡੀ ਆ, ਇੱਥੇ ਹਰ ਉਹ ਸਹੂਲਤ ਮੌਜੂਦ ਆ। ਮਗਰ ਜ਼ਿਮੀਦਾਰ ਬਜ਼ਿੱਦ ਆ ਕਿ ਮੈਂ ਕੱਚੇ ਤੇ ਜਾ ਕੇ ਮੰਡੀ ਲੈਣੀ ਆ, ਜਦ ਕਿ ਇੰਤਜ਼ਾਮੀਆ ਦਾ ਮੌਕਫ ਇਹ ਆ ਕਿ ਮੰਡੀ ਸ਼ੈਡ ਦੇ ਥੱਲੇ ਲਾਈ ਜਾਵੇ। ਉੱਥੇ ਖੁਰਲੀਆਂ ਵੀ ਮੌਜੂਦ ਆ, ਉੱਥੇ ਪਾਣੀ ਵੀ ਮੌਜੂਦ ਆ ਤੇ ਸਾਇਆ ਵੀ ਮੌਜੂਦ ਆ। ਮਗਰ ਇਸ ਦੀ ਬਜਾਏ ਜਿਹੜੇ ਆਪਣੇ ਆਉਂਦੇ ਆ ਵਪਾਰੀ ਨੇ, ਉਹ ਜਾਨਵਰ ਲੈ ਕੇ ਜਾਂਦੇ ਕੱਚੇ ਤੇ, ਇੱਕੋ ਜਗ੍ਹਾ ਤੇ ਇਕੱਠੇ ਹੁੰਦੇ ਆ। ਉੱਥੇ ਉਹ ਸਹੂਲਤਾਂ ਉਹਨਾਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ ਜਿਹੜੀਆਂ ਕਿ ਇੱਥੇ ਪੱਕੇ ਸ਼ੈਡਾਂ ਦੇ ਵਿੱਚ ਮੌਜੂਦ ਆ, ਜਿਵੇਂ ਕਿ ਖੁਰਲੀ, ਪਾਣੀ, ਕਿੱਲਾ, ਤੰਦੀ, ਉਹ ਸਾਰੀਆਂ ਸਹੂਲਤਾਂ ਮੌਜੂਦ ਆ। ਸਿਰਫ ਕੰਸਰਨ ਇਹ ਆ ਕਿ ਜਦੋਂ ਹੁਣ ਇੱਥੋਂ ਜਾਨਵਰ, ਹੁਣ ਦੇਖੋ ਨਾ ਜਾਨਵਰ ਇੱਥੋਂ ਲੋਕ ਲੈ ਕੇ ਵਾਪਸ ਜਾ ਰਹੇ ਆ, ਉਹਨਾਂ ਕੋਲੋਂ ਵੀ ਇੱਕ ਫੀਸ ਚਾਰਜ ਕੀਤੀ ਜਾ ਰਹੀ ਆ, ਜਦਕਿ ਉਹਦੀ ਪਰਚੀ ਵੀ ਨਹੀਂ ਹੈਗੀ। ਇਹ ਸਿਰਫ ਇਹ ਕੰਸਰਨ ਆ। ਇਹ ਅਸੀਂ ਇਨਸ਼ਾਅੱਲਾ ਅਗਲੇ ਹਫਤੇ ਜਿਹੜੀ ਇੰਤਜ਼ਾਮੀਆ ਕੋਲੋਂ ਉਹਨਾਂ ਦਾ ਮੌਕਫ ਲੈ ਕੇ ਇਨਸ਼ਾਅੱਲਾ ਅਗਲੇ ਹਫਤੇ ਇਨਸ਼ਾਅੱਲਾ ਕਲੀਅਰ ਕਰਾਂਗੇ। ਇਨਸ਼ਾਅੱਲਾ ਵੱਡੀ ਈਦ ਤੱਕ ਇਨਸ਼ਾਅੱਲਾ ਅਸੀਂ ਇਸ ਮੰਡੀ ਨੂੰ ਪੂਰਾ ਜਿਹੜਾ ਇਹਦਾ ਵਿਜ਼ਿਟ ਹਰ ਹਫਤੇ ਹਰ ਬੁੱਧ ਨੂੰ ਇਨਸ਼ਾਅੱਲਾ ਕਰਾਂਗੇ। ਔਰ ਤੁਸੀਂ ਵੀ ਸਾਡੇ ਨਾਲ ਰਹੋ। ਅਗਰ ਤੁਸੀਂ ਸਬਸਕ੍ਰਾਈਬ ਕਰ ਲਿਆ ਚੈਨਲ ਨੂੰ, ਸਬਸਕ੍ਰਾਈਬ ਵੈਰੀ ਗੁੱਡ, ਇਹਨੂੰ ਲਾਈਕ ਕਰੋ ਔਰ ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰੋ ਤਾਂ ਕਿ ਮੰਡੀ ਦਾ ਜਿਹੜਾ ਪੂਰਾ ਇਹ ਜਿਹੜਾ ਮਾਹੌਲ ਹੈ ਨਾ ਉਹ ਸਾਰੇ ਮਿਲ ਕੇ ਜਿਹੜਾ ਉਹ ਇੰਜੋਏ ਕਰ ਸਕੀਏ। ਅਸਲਾਮ ਵਾਲੇਕਮ ਵਰਹਿਮਤੁਲਾਹਿ ਵਬਰਕਾਤੁਹੂ।